आओ छोटी जी दुआ करिए। प्यारे खुदावंद, असीं दिल ਦੀਆਂ ਗਹਿਰਾਈਆਂ ਤੋਂ ਸ਼ੁਕਰ ਕਰਦੇ ਹਾਂ ਅੱਜ ਦੇ ਇਸ ਪਿਆਰੇ ਦਿਨ ਦੇ ਲਈ, ਤੁਹਾਡੇ ਪਵਿੱਤਰ ਕਲਾਮ ਦੇ ਲਈ ਖੁਦਾਵੰਦ, ਤੁਹਾਡੇ ਪਵਿੱਤਰ ਆਤਮਾ ਦੇ ਲਈ ਖੁਦਾਵੰਦ। ਪ੍ਰਭੂ ਜੀ, ਜਿਸ ਨੇ ਆ ਕੇ ਧਰਤੀ ਅਪਸਾਈਡ ਡਾਊਨ ਕਰ ਦਿੱਤੀ ਖੁਦਾਵੰਦ, ਤੇਰਾ ਸ਼ੁਕਰ ਕਰਦੇ ਖੁਦਾਵੰਦ, ਤੇਰੇ ਪਿਆਰੇ ਵਾਅਦਿਆਂ ਦੇ ਲਈ ਕਿ ਮੈਂ ਤੁਹਾਨੂੰ ਕਦੇ ਇਕੱਲਿਆਂ ਨਹੀਂ ਛੱਡਾਂਗਾ, ਮੈਂ ਕਦੇ ਅਨਾਥ ਨਹੀਂ ਛੱਡਾਂਗਾ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਤਾਂ ਪ੍ਰਭੂ, ਅਸੀਂ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਖੁਦਾਵੰਦ, ਉਸ ਨੂੰ ਪੂਰੀਆਂ ਕੀਤਾ, ਆਪਣੀ ਆਤਮਾ ਦੇ ਨਾਲ ਭਰਿਆ। ਔਰ ਇਸ ਵੇਲੇ ਖੁਦਾਵੰਦ, ਅਸੀਂ ਜਦੋਂ ਕਲਾਮ ਦੇ ਵਿੱਚ ਜਾਈਏ ਤਾਂ ਪ੍ਰਭੂ ਜੀ, ਅੱਜ ਤੁਹਾਡਾ ਕਲਾਮ ਸਾਨੂੰ ਸਭ ਨੂੰ ਬਰਕਤ ਔਰ ਆਸ਼ੀਸ਼ ਦੇਵੇ। ਔਰ ਖੁਦਾਵੰਦ, ਅਸੀਂ ਤੇਰੀ ਆਤਮਾ ਦੇ ਨਾਲ ਉਹ ਵੱਡੇ ਕੰਮ ਕਰ ਸਕੀਏ ਜਿਹੜੇ ਅਸੀਂ ਆਪਣੇ ਬਲ ਤੇ ਸ਼ਕਤੀ ਨਾਲ ਨਹੀਂ ਕਰ ਸਕਦੇ। ਤੁਹਾਡੇ ਮਿੱਠੇ ਪਿਆਰੇ ਨਾਮ 'ਚ, ਯਿਸੂ ਨਾਮ 'ਚ ਮੰਗਦੇ ਹਾਂ, ਸੁਣੋ ਤੇ ਕਬੂਲ ਕਰੋ, ਆਮੀਨ। ਇੱਕ ਵਾਰ ਫਿਰ ਅਸੀਂ ਪ੍ਰਭੂ ਦੇ ਘਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ, ਆਨਲਾਈਨ ਪੰਜਾਬੀ ਕੈਲਗਰੀ ਪੰਜਾਬੀ ਕ੍ਰਿਸਚੀਅਨ ਚਰਚ ਦੇ ਵਿੱਚ। ਤੁਹਾਡਾ ਸਭ ਦਾ ਸਵਾਗਤ, ਨਿੱਘਾ ਸਵਾਗਤ। ਔਰ ਸ਼ੁਕਰ ਕਰਦੇ ਹਾਂ ਖੁਦਾਵੰਦ ਨੇ, ਬੇਸ਼ੱਕ ਬਾਹਰ ਹਾਲਾਤ ਖਰਾਬ ਆ, ਪਰ ਸਾਨੂੰ ਫਿਰ ਵੀ ਇਕੱਠਿਆਂ ਕਰਦਾ ਪ੍ਰਭੂ। ਔਰ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਕਿ ਕੰਟੀਨਿਊ ਜਿਹੜੀ ਪ੍ਰਭੂ ਦੀ ਸਰਵਿਸ, ਔਰ ਅਸੀਂ ਇਕੱਠੇ ਹੋ ਕੇ ਨਾ ਸਿਰਫ ਹਫ਼ਤੇ ਵਿੱਚ ਇੱਕ ਦਿਨ ਬਲਕਿ 7 ਦਿਨ ਅਸੀਂ ਇਕੱਠੇ ਹੋ ਕੇ ਆਪਣੇ ਪ੍ਰਭੂ ਦੀ ਜੈ ਜੈਕਾਰ ਕਰਦੇ ਹਾਂ। ਸੋ ਅਸੀਂ ਵਚਨ ਦਾ ਜਿਹੜਾ ਹਿੱਸਾ ਅੱਜ ਪੜ੍ਹਿਆ ਔਰ ਜਿਹੜਾ ਹਿੱਸਾ ਅਸੀਂ ਪਿਛਲੇ ਹਫ਼ਤੇ ਵੀ ਦੇਖਿਆ, ਅਸੀਂ ਦੇਖਿਆ ਕਿ ਲਾਸਟ ਸੰਡੇ ਅਸੀਂ ਪੈਂਤਾਕੋਸਟ ਸੰਡੇ ਜਿਹੜਾ ਸੀਗਾ ਉਹ ਸੈਲੀਬ੍ਰੇਟ ਕੀਤਾ। ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਕਿ ਉਹ ਆਪਣਾ ਆਤਮਾ ਘੱਲੇਗਾ। ਔਰ ਫਿਰ ਐਕਟ 1:4 ਦੇ ਵਿੱਚ ਪ੍ਰਭੂ ਨੇ ਉਠਾਏ ਜਾਣ ਤੋਂ ਪਹਿਲਾਂ ਚੇਲਿਆਂ ਨੂੰ ਕਿਹਾ ਸੀਗਾ, ਜਦੋਂ ਉਹ ਚੇਲਿਆਂ ਨੂੰ ਮਿਲੇ ਤਾਂ ਉਹਨਾਂ ਨੇ ਚੇਲਿਆਂ ਨੂੰ ਆਗਿਆ ਦਿੱਤੀ, ਯਰੂਸ਼ਲਮ ਤੋਂ ਬਾਹਰ ਨਾ ਜਾਣਾ, ਸਗੋਂ ਪਿਤਾ ਦੇ ਉਸ ਵਚਨ ਦੀ ਪੂਰਾ ਹੋਣ ਦੀ ਉਡੀਕ ਕਰਨਾ ਜਿਸ ਬਾਰੇ ਤੁਸੀਂ ਮੇਰੇ ਤੋਂ ਸੁਣਿਆ ਹੈ। ਪ੍ਰਭੂ ਨੇ ਵੀ ਕਿਹਾ ਸੀ, ਜੌਨ ਦਾ ਬੈਪਟਿਸਟ ਨੇ ਵੀ ਕਿਹਾ ਸੀ, ਜੋਇਲ ਨਬੀ ਨੇ ਵੀ ਕਿਹਾ ਸੀ ਕਿ ਪਰਮੇਸ਼ਵਰ ਦਾ ਆਤਮਾ ਜਿਹੜਾ ਨਾ ਉਹ ਉਡੇਲ ਦਿੱਤਾ ਜਾਊਗਾ, ਬਹਾ ਦਿੱਤਾ ਜਾਊਗਾ ਸੰਗਤ ਦੇ ਉੱਪਰ। ਤੇ ਪ੍ਰਭੂ ਯਿਸੂ ਮਸੀਹ ਨੇ ਖਾਸ ਹਦਾਇਤ ਚੇਲਿਆਂ ਨੂੰ ਦਿੱਤੀ। ਔਰ ਫਿਰ 1:8 ਵਿੱਚ ਉਹਨਾਂ ਨੇ ਕਿਹਾ, ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਅਤੇ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ ਤਾਂ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦੀਆ ਵਿੱਚ ਅਤੇ ਸਾਰੇ ਸਾਮਰੀਆ ਵਿੱਚ ਅਤੇ ਪ੍ਰਿਥਵੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਖੀ ਹੋਵੋਗੇ। ਸੋ ਅਸੀਂ ਪਰਮੇਸ਼ਵਰ ਦੇ ਆਤਮਾ ਦੇ ਕੰਮ ਆਉਣ ਵਾਲੇ ਹਫ਼ਤਿਆਂ ਵਿੱਚ ਅਸੀਂ ਜਿਹੜੀ ਬੁੱਕ ਆਫ ਐਕਟਸ ਹੈਗੀ ਆ, ਚੇਲਿਆਂ ਦੇ ਕਰਤੱਵ ਜਿਸ ਨੂੰ ਕਹਿੰਦੇ ਆ, ਅਸੀਂ ਉਸ ਦੇ ਵਿੱਚੋਂ ਪਵਿੱਤਰ ਆਤਮਾ ਦੇ ਕੰਮ ਹਰ ਹਫ਼ਤੇ ਅਸੀਂ ਪਵਿੱਤਰ ਆਤਮਾ ਦਾ ਕੰਮ ਦੇਖਣਾ ਕਿ ਕਿਸ ਤਰ੍ਹਾਂ ਪਵਿੱਤਰ ਆਤਮਾ ਜਿਹੜਾ ਉਹ ਕਲੀਸਿਆ ਦੇ ਵਿੱਚ ਵਾਧਾ ਕਰਦਾ ਪਿਆ, ਕਿਸ ਤਰ੍ਹਾਂ ਉਹ ਆਪਣੇ ਲੋਕਾਂ ਨੂੰ ਗਾਈਡ ਕਰਦਾ ਪਿਆ, ਕਿੱਥੇ ਉਸਨੇ ਕੈਸੇ ਕੰਮ ਕੀਤੇ। ਸੋ ਜਿਹੜਾ ਅਸੀਂ ਅੱਜ ਦਾ ਪੈਸੇਜ ਪੜ੍ਹਿਆ, ਅਸੀਂ ਦੇਖਿਆ ਕਿ ਪਰਮੇਸ਼ਵਰ ਨੇ ਚੇਲਿਆਂ ਨੂੰ ਮਿਸ਼ਨ ਦਿੱਤਾ ਸੀਗਾ ਕਿ ਜਾਓ, ਜਾ ਕੇ ਸਾਰੇ ਸੰਸਾਰ ਵਿੱਚ ਪ੍ਰਚਾਰ ਕਰੋ, ਲੋਕਾਂ ਨੂੰ ਪਾਪਾਂ ਦੇ ਬਾਰੇ ਦੱਸੋ, ਔਰ ਜਦੋਂ ਉਹ ਤੌਬਾ ਕਰਨ ਤਾਂ ਫਿਰ ਤੁਸੀਂ ਉਹਨਾਂ ਨੂੰ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦੇਵੋ। ਔਰ ਇਹ ਜਿਹੜਾ ਮਿਸ਼ਨ ਸੀਗਾ, ਇਹ ਪ੍ਰਭੂ ਨੂੰ ਪਤਾ ਸੀਗਾ ਕਿ ਇਹ ਇਨਸਾਨ ਆਪਣੀ ਤਾਕਤ ਦੇ ਨਾਲ ਨਹੀਂ ਕਰ ਸਕਦਾ। ਇਸ ਦੇ ਲਈ ਜ਼ਰੂਰੀ ਸੀ, ਕਿਉਂਕਿ ਜਿਸ ਵੇਲੇ ਪਰਮੇਸ਼ਵਰ ਦਾ ਵਚਨ ਦੂਸਰੇ ਇਨਸਾਨ ਕੋਲੇ ਜਾਣਾ ਤੇ ਉਹਦਾ ਮਨ ਵੀ ਜਿਹੜਾ ਹੈਗਾ ਉਸਨੂੰ ਵੀ ਨਮਰ ਕਰਨਾ ਪਰਮੇਸ਼ਵਰ ਦੇ ਆਤਮਾ ਦਾ ਕੰਮ ਆ, ਉਸਨੂੰ ਉਸ ਵਚਨ ਦੀ ਸਮਝ ਦੇਣੀ ਉਹ ਵੀ ਪਰਮੇਸ਼ਵਰ ਦੇ ਆਤਮਾ ਦਾ ਕੰਮ ਆ। ਔਰ ਜਿਸ ਨੇ ਵਚਨ ਬੋਲਣਾ ਉਹ ਵੀ ਜ਼ਰੂਰੀ ਆ ਕਿ ਉਹ ਨਹੀਂ ਜਾਣਦਾ ਦੂਸਰੇ ਦੇ ਮਨ 'ਚ ਕੀ ਸਵਾਲ ਆ ਔਰ ਕਿਸ ਤਰ੍ਹਾਂ ਦੀ ਜ਼ਰੂਰਤ ਆ, ਪਰ ਉਹ ਪਰਮੇਸ਼ਵਰ ਦਾ ਆਤਮਾ ਉਸਨੂੰ ਵੀ ਗਾਈਡ ਕਰਦਾ। ਸੋ ਅਮਰੀਕਾ ਦੇ ਵਿੱਚ ਇੱਕ ਬ੍ਰਦਰ ਸੀਗੇ, ਚਾਰਲਸ ਫਿਨੀ। ਉਹ 29 ਸਾਲ ਦੀ ਉਮਰ ਦੇ ਸੀ, ਵਕੀਲ ਸੀਗੇ। ਔਰ ਇੱਕ ਦਿਨ ਉਹ ਨਿਊਯਾਰਕ ਦੇ ਵਿੱਚ ਆਪਣੇ ਘਰ ਦੇ ਨਾਲ ਜੰਗਲ ਸੀਗਾ ਔਰ ਉਸ ਦੇ ਵਿੱਚ ਚਲੇ ਗਏ ਔਰ ਪਰਮੇਸ਼ਵਰ ਦੇ ਅੱਗੇ ਦੁਆ ਕਰਨ ਲੱਗੇ ਕਿ ਪਰਮੇਸ਼ਵਰ ਆਪਣਾ ਆਪ ਮੇਰੇ ਤੇ ਰਿਵੀਲ ਕਰ, ਔਰ ਪ੍ਰਭੂ ਜੀ ਤੂੰ ਆਪਣੀ ਆਤਮਾ ਦੀ ਸਾਮਰਥ ਦੇ ਨਾਲ, ਆਤਮਾ ਦੀ ਤਾਕਤ ਦੇ ਨਾਲ ਮੈਨੂੰ ਭਰ। ਔਰ ਜਿਸ ਵੇਲੇ ਉਹ ਬੈਠੇ ਸੀ, ਉਹ ਕਹਿੰਦੇ ਮੈਂ ਤਦ ਤੱਕ ਘਰ ਨਹੀਂ ਜਾਣਾ ਜਦ ਤੱਕ ਪਰਮੇਸ਼ਵਰ ਮੈਨੂੰ ਆਪਣੀ ਆਤਮਾ ਦੇ ਨਾਲ ਬਲੈਸ ਨਹੀਂ ਕਰਦਾ, ਮੈਨੂੰ ਗਾਈਡ ਨਹੀਂ ਕਰਦਾ। ਔਰ ਉਹ ਜੰਗਲ ਦੇ ਵਿੱਚ ਬੈਠੇ ਦੁਆ ਕਰਦੇ ਪਏ ਔਰ ਆਲ ਦਾ ਸਡਨ ਪਰਮੇਸ਼ਵਰ ਦੇ ਆਤਮਾ ਦੀ ਭਰਪੂਰੀ ਉਹਨਾਂ ਦੇ ਉੱਪਰ ਉਤਰੀ ਆਈ। ਔਰ ਜਿਸ ਵੇਲੇ ਪਰਮੇਸ਼ਵਰ ਦੇ ਆਤਮਾ ਦੀ ਭਰਪੂਰੀ ਉਤਰੀ ਤਾਂ ਉਹ ਕਹਿੰਦੇ ਕਿ ਉਹਨਾਂ ਨੇ ਫਿਰ ਆਪਣਾ ਵਕੀਲ ਦਾ ਪੇਸ਼ਾ ਛੱਡ ਦਿੱਤਾ ਔਰ 1825 ਤੋਂ ਲੈ ਕੇ 1835 ਤੱਕ ਅਮਰੀਕਾ ਦੇ ਵਿੱਚ ਰਿਵਾਈਵਲ ਆ ਗਈ।
जिस वेले ਉਹ ਲੋਕਾਂ ਦੇ ਨਾਲ ਪਰਮੇਸ਼ਵਰ ਦਾ ਵਚਨ ਸਾਂਝਾ ਕਰਦੇ ਸੀ ਤਾਂ ਲੋਕੀ ਜਿਹੜੇ ਸੀ ਉਹ ਰੋ ਪੈਂਦੇ ਸੀ ਔਰ ਉਹਨਾਂ ਦੇ ਦਿਲ ਜਿੱਦਾਂ ਪਰਮੇਸ਼ਵਰ ਇਸ ਤਰ੍ਹਾਂ ਨਮਰ ਕਰ ਦਿੰਦਾ ਸੀਗਾ ਤੇ ਫਿਰ ਉਹ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਕਰਕੇ ਸਵੀਕਾਰ ਕਰਦੇ ਸੀ ਔਰ ਲੋਕਾਂ ਦਾ ਜਿਹੜਾ ਸੀਗਾ ਕਲੀਸਿਆ ਦੇ ਵਿੱਚ ਵਾਧਾ ਹੋ ਰਿਹਾ ਸੀ, ਜੀਵਨ ਜਿਹੜੇ ਸੀ ਉਹ ਬਦਲੇ ਜਾ ਰਹੇ ਸੀ, ਪਾਪਾਂ ਦੀ ਮਾਫੀ ਦਾ ਪ੍ਰਚਾਰ ਹੋ ਰਿਹਾ ਸੀ, ਲੋਕ ਕਨਵਿੰਸ ਹੋ ਰਹੇ ਸੀ, ਕਨਵਿਕਟ ਹੋ ਰਹੇ ਸੀ। ਔਰ ਉਹ ਕਹਿੰਦਾ ਕਿ ਮੈਂ ਪਰਮੇਸ਼ਵਰ ਦੇ ਆਤਮਾ ਦੀ ਭਰਪੂਰੀ ਨੂੰ ਆਪਣੇ ਉੱਪਰ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਵੀ ਉਹ ਸ਼ਬਦ ਮੇਰੇ ਨਹੀਂ ਸੀ, ਉਹ ਪਰਮੇਸ਼ਵਰ ਦੇ ਆਤਮਾ ਦੇ ਸੀ, ਪਰ ਜਦੋਂ ਉਹ ਬੋਲਦਾ ਸੀ ਔਰ ਉਹ ਪਰਮੇਸ਼ਵਰ ਦਾ ਆਤਮਾ ਲੋਕਾਂ ਨੂੰ ਕਨਵਿਕਟ ਕਰਦਾ ਸੀ। ਔਰ ਜੋ ਅਸੀਂ ਅੱਜ ਦਾ ਕਲਾਮ ਪੜ੍ਹਿਆ ਅਸੀਂ ਉਸ ਦੇ ਵਿੱਚ ਵੀ ਦੇਖਿਆ ਕਿ ਜਦੋਂ 37ਵੀਂ ਆਇਤ ਵਿੱਚ ਅਸੀਂ ਆ ਕੇ ਦੇਖਿਆ ਕਿ ਇਹ ਸਾਰੀ ਜਿਹੜੀ ਪਤਰਸ ਨੇ ਬੋਲਿਆ ਉਹ ਸੁਣ ਕੇ ਉਹਨਾਂ ਦੇ ਦਿਲਾਂ ਤੇ ਬਹੁਤ ਅਸਰ ਹੋਇਆ। ਸੋ ਬੇਸਿਕਲੀ ਇਹ ਕੀ ਹੈਗਾ, ਇਹ ਅਗਰ ਅਸੀਂ ਕਹੀਏ ਇਹ ਪਹਿਲੀ ਚਰਚ ਦਾ ਜਿਹੜਾ ਸੀਗਾ ਪਹਿਲਾ ਸਰਮਨ ਸੀਗਾ, ਫਸਟ ਸਰਮਨ ਵੀ ਕਈ ਇਸ ਨੂੰ ਕਹਿੰਦੇ ਕਿ ਵੀ ਇਹ ਜਿਹੜਾ ਸੀਗਾ ਪਹਿਲਾ ਸਰਮਨ ਸੀਗਾ। ਔਰ ਜਿਸ ਵੇਲੇ ਅਸੀਂ ਭੈਣ ਸ਼ਰਨ ਨੇ ਸਾਡੇ ਨਾਲ ਪੜ੍ਹਿਆ, ਅਗਰ ਅਸੀਂ ਇਸ ਦੀ 22 ਆਇਤ ਨੂੰ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਪਤਰਸ ਨੂੰ ਪਰਮੇਸ਼ਵਰ ਦਾ ਆਤਮਾ, ਸਧਾਰਨ ਮਛੇਰਾ ਪਤਰਸ, ਔਰ ਉਹ ਜਿਸ ਵੇਲੇ ਬੋਲਦਾ ਸੀ ਲੋਕੀ ਵੰਡਰ ਕਰਦੇ ਸੀ ਕਿ ਇਹ ਸ਼ਬਦ ਇਸਨੇ ਕਿੱਥੋਂ ਸਿੱਖੇ। ਔਰ ਜਿਸ ਵੇਲੇ ਅਸੀਂ 22 ਆਇਤ ਵਿੱਚ ਦੇਖਦੇ ਹਾਂ ਤਾਂ ਉਸਨੇ ਕਿਹਾ, ਇਜ਼ਰਾਈਲੀ ਭਰਾਵੋ ਇਹ ਗੱਲ ਸੁਣੋ, ਪਰਮੇਸ਼ਵਰ ਨੇ ਨਾਸਰਤ ਦੇ ਰਹਿਣ ਵਾਲੇ ਯਿਸੂ ਨਾਮ ਦੇ ਮਨੁੱਖ ਨੂੰ ਸ਼ਕਤੀਸ਼ਾਲੀ ਕੰਮਾਂ, ਚਮਤਕਾਰਾਂ ਅਤੇ ਚਿੰਨ੍ਹਾਂ ਦੇ ਦੁਆਰਾ ਤੁਹਾਡੇ ਸਾਹਮਣੇ ਪ੍ਰਮਾਣਿਤ ਕੀਤਾ ਹੈ। ਸੋ ਪਹਿਲੀ ਚੀਜ਼ ਜਿਹੜੀ ਪਤਰਸ ਨੇ ਆਤਮਾ ਨੇ ਉਸ ਦੇ ਉੱਪਰ ਜ਼ੋਰ ਦਿੱਤਾ, ਉਹ ਉਹਨਾਂ ਲੋਕਾਂ ਨੂੰ ਇਹ ਦੱਸਣ ਦਾ ਕਿ ਜਿਸ ਯਿਸੂ ਮਸੀਹ ਨੂੰ ਤੁਸੀਂ ਸਲੀਬ ਦਿੱਤਾ, ਪਰਮੇਸ਼ਵਰ ਨੇ ਪ੍ਰਮਾਣਿਤ ਕੀਤਾ ਕਿ ਉਹ ਪਰਮੇਸ਼ਵਰ ਦਾ ਚੁਣਿਆ ਹੋਇਆ ਮਸੀਹ ਹੈਗਾ, ਉਹ ਮੁਕਤੀ ਦਾਤਾ ਹੈਗਾ। ਔਰ ਪ੍ਰਭੂ ਯਿਸੂ ਮਸੀਹ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਚਿੰਨ ਚਮਤਕਾਰ ਦਿਖਾਏ, ਐਸੇ ਚਿੰਨ ਚਮਤਕਾਰ ਦਿਖਾਏ ਜਿਸ ਵੇਲੇ ਜੌਨ ਦਾ ਬੈਪਟਿਸਟ ਦੇ ਚੇਲੇ ਵੀ ਪ੍ਰਭੂ ਦੇ ਕੋਲੇ ਆਏ ਔਰ ਉਹਨਾਂ ਨੇ ਪੁੱਛਿਆ ਕਿ ਜੌਨ ਦਾ ਬੈਪਟਿਸਟ ਜਿਹੜਾ ਹੈਗਾ ਉਹ ਕਹਿੰਦਾ ਕਿ ਕੀ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ ਕਿ ਤੁਸੀਂ ਆਉਣ ਵਾਲੇ ਜਿਹੜੇ ਮਸੀਹ ਹੈਗੇ ਹੋ ਤੁਸੀਂ ਹੋ। ਔਰ ਫਿਰ ਜਸਾਇਆ ਦਾ 35ਵਾਂ ਭਾਵ ਜਿਹੜਾ ਹੈਗਾ ਉਸ ਦੇ ਵਿੱਚ ਮਸੀਹ ਦੇ ਬਾਰੇ ਦੱਸਿਆ ਗਿਆ ਸੀਗਾ। ਜਸਾਇਆ 35 ਚੈਪਟਰ ਉਸ ਦੀ ਵਰਸ 4 ਤੋਂ ਅਸੀਂ ਦੇਖਦੇ ਹਾਂ, ਹਰ ਉਸ ਮਨੁੱਖ ਨੂੰ ਜੋ ਹੌਸਲਾ ਛੱਡ ਬੈਠਾ ਹੈ ਕਹੋ, ਤਕੜੇ ਹੋਵੋ ਅਤੇ ਡਰੋ ਨਾ, ਤੁਹਾਡਾ ਪਰਮੇਸ਼ਵਰ ਤੁਹਾਡਾ ਬਚਾਅ ਕਰਨ ਲਈ ਆ ਰਿਹਾ ਹੈ ਅਤੇ ਉਹ ਆ ਕੇ ਤੁਹਾਡੇ ਵੈਰੀਆਂ ਨੂੰ ਸਜ਼ਾ ਦੇਵੇਗਾ। ਅੰਨੇ ਦੇਖਣਗੇ ਅਤੇ ਬੋਲੇ ਸੁਣਨਗੇ, ਲੰਗੇ ਨੱਠਣਗੇ ਅਤੇ ਨੱਚਣਗੇ ਅਤੇ ਗੂੰਗੇ ਖੁਸ਼ੀ ਦੇ ਨਾਰੇ ਮਾਰਨਗੇ ਅਤੇ ਮਾਰੂ ਸਥਲ ਵਿੱਚੋਂ ਦੀ ਨਹਿਰਾਂ ਵਗਣਗੀਆਂ। ਸੋ ਜਿਸ ਵੇਲੇ ਚੇਲੇ ਇਹ ਪੁੱਛਣ ਆਏ ਸੀ ਜੌਨ ਦੇ ਬੈਪਟਿਸਟ ਦੇ, ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਹਿੱਸਾ ਯਾਦ ਕਰਾਇਆ ਔਰ ਚੇਲਿਆਂ ਨੇ ਵਿਸ਼ਵਾਸ ਵੀ ਕੀਤਾ। ਔਰ ਉਸ ਵੇਲੇ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਉੱਥੇ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੂੰ ਚੰਗਿਆ ਕੀਤਾ। ਔਰ ਉਹ ਚੇਲੇ ਦੇਖ ਕੇ ਫਿਰ ਗਏ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਵਾਕਈ ਜਿਸ ਮਸੀਹ ਦੇ ਬਾਰੇ ਇਹ ਕਹਿ ਰਹੇ ਆ ਇਹ ਉਹੀ ਆ। ਪਰ ਅਗੇਨ ਜਿਹੜੇ ਸੀਗੇ ਜਿਸ ਵੇਲੇ ਇਹ ਸਾਰਾ ਕੁਝ ਹੈਪਨ ਹੋਇਆ, ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀਗੇ ਕਿ ਇਸ ਨੂੰ ਸਲੀਬ ਦਿਓ, ਇਸ ਨੂੰ ਸਲੀਬ ਦਿਓ, ਇਸ ਨੂੰ ਸਲੀਬ ਦਿਓ, ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਉੱਪਰ ਪਰਦਾ ਵੀ ਪਿਆ ਸੀ ਔਰ ਦੂਸਰੇ ਪਾਸੇ ਪਰਮੇਸ਼ਵਰ ਦੀ ਜਿਹੜੀ ਯੋਜਨਾ ਸੀਗੀ ਉਹ ਵੀ ਪੂਰੀ ਹੋਣੀ ਜ਼ਰੂਰੀ ਸੀ। ਇਸੇ ਕਰਕੇ ਜਿਹੜੀ ਅਸੀਂ ਐਕਟ ਦਾ ਜਿਹੜਾ ਹੈਗਾ ਦੂਸਰਾ ਚੈਪਟਰ ਉਸ ਦੀ ਜਦੋਂ 23 ਆਇਤ ਦੇਖਦੇ ਹਾਂ ਤਾਂ ਅਸੀਂ ਉਸ ਦੇ ਵਿੱਚ ਦੇਖਦੇ ਹਾਂ, ਯਿਸੂ ਪਰਮੇਸ਼ਵਰ ਦੀ ਨਿਸ਼ਚਿਤ ਯੋਜਨਾ ਅਤੇ ਪੂਰਨ ਗਿਆਨ ਦੇ ਅਨੁਸਾਰ ਫੜਵਾਏ ਗਏ ਅਤੇ ਤੁਸੀਂ ਉਹਨਾਂ ਨੂੰ ਅਧਰਮੀਆਂ ਦੇ ਦੁਆਰਾ ਸਲੀਬ ਉੱਤੇ ਚੜਾ ਕੇ ਮਾਰ ਦਿੱਤਾ। ਸੋ ਪਤਰਸ ਇੱਥੇ ਇਹ ਕਹਿ ਰਹੇ ਆ ਕਿ ਵੀ ਜਿਹੜਾ ਪਰਮੇਸ਼ਵਰ ਦੀ ਯੋਜਨਾ ਸੀ, ਅਗਰ ਅਸੀਂ ਜਸਾਇਆ ਉਸ ਦਾ 53ਵਾਂ ਭਾਵ ਦੇਖਦੇ ਹਾਂ ਤਾਂ ਪਰਮੇਸ਼ਵਰ ਨੇ ਕਿਹਾ ਸੀ ਕਿ ਮੇਰੀ ਇਹੋ ਹੀ ਇੱਛਾ ਕਿ ਮੇਰਾ ਦਾਸ ਦੁੱਖ ਸਹੇ, ਔਰ ਉਸਦੇ ਦੁੱਖ ਸਹਿਣ ਦੇ ਨਾਲ ਕੀ ਹੋਊਗਾ, ਲੋਕਾਂ ਦੇ ਪਾਪਾਂ ਦੀ ਮਾਫੀ ਸੀ। ਔਰ ਉਹ ਕਹਿ ਰਹੇ ਆ ਕਿ ਉਹ ਜਿਹੜਾ ਸੀਗਾ ਯਿਸੂ ਮਸੀਹ ਦੀ ਇਹ ਪਰਮੇਸ਼ਵਰ ਦੀ ਯੋਜਨਾ ਸੀ ਔਰ ਪਰਮੇਸ਼ਵਰ ਨੇ ਇਹ ਪਹਿਲਾਂ ਤੋਂ ਹੀ ਨਿਸ਼ਚਿਤ ਕੀਤਾ ਹੋਇਆ ਸੀ ਕਿ ਉਹਨਾਂ ਨੂੰ ਫੜਾਇਆ ਜਾਊਗਾ, ਉਹਨਾਂ ਨੂੰ ਉੱਚਿਆਂ ਕੀਤਾ ਜਾਊਗਾ ਔਰ ਉਹ ਸਾਰੀ ਸਜ਼ਾ ਆਪਣੇ ਉੱਪਰ ਲੈ ਕੇ ਪੂਰੇ ਸੰਸਾਰ ਦੇ ਲੋਕਾਂ ਦੀ ਪਾਪਾਂ ਦੀ ਮਾਫੀ ਦੀ ਬਲੀ ਦੇਣਗੇ। ਔਰ ਉਹ ਉਹਨਾਂ ਨੂੰ ਯਾਦ ਕਰਾ ਰਹੇ ਆ ਕਿ ਵੀ ਤੁਸੀਂ ਬੇਸ਼ੱਕ ਫੜਵਾਇਆ ਹੈਗਾ ਪਰ ਇਹ ਸਭ ਕੁਝ ਪਰਮੇਸ਼ਵਰ ਦੀ ਯੋਜਨਾ ਦੇ ਅਨੁਸਾਰ ਹੋਇਆ।
और परमेश्वर नूं पता सी कि जिहड़ा इंसान, जिहड़ा मनुख पाप दे करके इंसान परमेश्वर तो दूर होया, उसनूं अपने नाल मिलाउण दा सिवाय इस तो कोई होर दूजा तरीका नहीं। और इसलिए प्रभु यीशु मसीह नूं देह धार के धरती ते आउणा पिया और अपना आप उन्हां ने दूसरिਆਂ उपर रिवील भी कीता। और फिर ਅਸੀਂ ਦੇਖਦੇ ਹਾਂ कि पतरस ने ਪਹਿਲਾਂ ਤਾਂ ਇਹ ਪ੍ਰੂਫ ਦਿੱਤਾ ਕਿ ਯੈਸ ਉਹ ਜਿਹੜੇ ਸੀਗੇ ਮਸੀਹ ਹੈਗੇ ਆ, ਪਰਮੇਸ਼ਵਰ ਨੇ ਤੁਹਾਡੇ ਵਿਚਕਾਰ ਸਾਇੰਸ ਵੰਡਰ ਕੀਤੇ, 5000 ਨੂੰ ਖਾਣਾ ਖਿਲਾਇਆ। ਔਰ ਫਿਰ ਦੂਸਰੀ ਚੀਜ਼ ਉਹਨਾਂ ਨੇ ਦਿਖਾਇਆ ਕਿ ਉਹਨਾਂ ਦੀ ਜਿਹੜੀ ਮੌਤ ਸੀਗੀ ਉਹ ਵੀ ਇੱਕ ਪਰਮੇਸ਼ਵਰ ਦੀ ਜਿਹੜੀ ਸੀਗੀ ਉਹ ਯੋਜਨਾ ਸੀ। ਔਰ ਫਿਰ ਪਤਰਸ ਨੇ 24ਵੀਂ ਆਇਤ ਵਿੱਚ ਕਿਹਾ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਮੁਰਦਿਆਂ ਵਿੱਚੋਂ ਜਿੰਦਾ ਕਰਕੇ ਮੌਤ ਦੀਆਂ ਕੋੜ ਪੀੜਾਂ ਤੋਂ ਮੁਕਤ ਕਰ ਦਿੱਤਾ, ਕਿਉਂਕਿ ਇਹ ਅਸੰਭਵ ਸੀ ਕਿ ਮੌਤ ਉਹਨਾਂ ਨੂੰ ਆਪਣੇ ਕਾਬੂ ਵਿੱਚ ਰੱਖੇ। ਫਿਰ ਉਹ ਹੁਣ ਇੱਥੇ ਇਹ ਦੱਸ ਰਿਹਾ, ਗੋਸਪਲ ਜਿਹੜਾ ਪ੍ਰੀਚ ਹੋ ਰਿਹਾ ਕਿ ਉਹ ਕਿਸ ਲਈ ਮਰਿਆ। ਉਹ ਫਿਰ ਇਹ ਨਹੀਂ ਕਿ ਉਹ ਮਰਿਆ ਹੀ ਰਹਿ ਗਿਆ, ਫਿਰ ਉਹ ਮੁਰਦਿਆਂ ਦੇ ਵਿੱਚੋਂ ਜੀ ਵੀ ਉੱਠਿਆ, ਕਿਉਂਕਿ ਇਹ ਅਸੰਭਵ ਸੀ ਕਿ ਜਿਹੜਾ ਜੀਵਨ ਦਾ ਆਥਰ ਹੈਗਾ, ਜਿਹੜਾ ਜੀਵਨ ਦਾਤਾ ਹੈਗਾ, ਉਹ ਮਰ ਨਹੀਂ ਸਕਦਾ, ਉਹ ਮੌਤ ਵੀ ਉਸ ਨੂੰ ਕਾਬੂ ਦੇ ਵਿੱਚ ਨਹੀਂ ਰੱਖ ਸਕਦੀ। ਔਰ ਉਹਨਾਂ ਨੇ ਕਿਹਾ ਕਿ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਹੁਣ ਰੈਜ਼ਰੈਕਸ਼ਨ ਦੇ ਉੱਪਰ ਜਿਸ ਵੇਲੇ ਪਤਰਸ ਨੇ ਜ਼ੋਰ ਦਿੱਤਾ, ਪ੍ਰਭੂ ਯਿਸੂ ਮਸੀਹ ਦੀ ਰੈਜ਼ਰੈਕਸ਼ਨ ਦੇ ਉੱਪਰ, ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ, ਉਸੇ ਤਰ੍ਹਾਂ ਹਰ ਕੋਈ ਜੋ ਉਹਨਾਂ ਉੱਤੇ ਵਿਸ਼ਵਾਸ ਕਰਦਾ ਉਹ ਵੀ ਮੁਰਦਿਆਂ ਵਿੱਚੋਂ ਇਸੇ ਤਰ੍ਹਾਂ ਜੀ ਉੱਠੂਗਾ। ਔਰ ਫਿਰ ਤੁਹਾਨੂੰ ਪਤਾ ਨਾ ਕਿ ਕੁਝ ਸਦੂਕੀ ਜਿਹੜੇ ਸੀ ਉਹ ਰੈਜ਼ਰੈਕਸ਼ਨ ਦੇ ਉੱਪਰ, ਜੀ ਉੱਠਣ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਸੀ। ਔਰ ਫਿਰ ਪਤਰਸ ਨੇ ਉਹਨਾਂ ਨੂੰ ਜਿਹੜਾ ਭਜਨਕਾਰ ਦਾਊਦ ਸੀ ਉਹਦੇ ਵਾਅਦੇ ਜਿਹੜੇ ਸੀਗੇ ਉਹ ਦਿਖਾਏ ਕਿ ਦਾਊਦ ਜੋ ਇੱਥੇ ਕਹਿ ਰਿਹਾ ਹੈਗਾ, ਦਾਊਦ ਵੀ ਮਸੀਹ ਦੇ ਬਾਰੇ ਕਹਿ ਰਿਹਾ ਹੈਗਾ। ਦਾਊਦ ਆਪਣੇ ਬਾਰੇ ਉਹ ਗੱਲ ਨਹੀਂ ਕਹਿ ਰਿਹਾ, ਦਾਊਦ ਉਹ ਯਿਸੂ ਮਸੀਹ ਦੇ ਬਾਰੇ, ਮੁਕਤੀਦਾਤਾ ਦੇ ਬਾਰੇ ਕਹਿ ਰਿਹਾ, ਜੋ ਪਰਮੇਸ਼ਵਰ ਨੇ ਵਾਅਦਾ ਕੀਤਾ ਸੀਗਾ ਕਿ ਤੇਰੇ ਖਾਨਦਾਨ ਦੇ ਵਿੱਚੋਂ, ਤੇਰੀਆਂ ਪੁਸ਼ਤਾਂ ਦੇ ਵਿੱਚੋਂ ਜਿਹੜਾ ਸੀਗਾ ਇੱਕ ਰਾਜਾ ਆਊਗਾ ਜੋ ਹਮੇਸ਼ਾ ਤੱਕ ਰਾਜ ਕਰੂਗਾ। ਸੋ ਅਗਰ ਅਸੀਂ 25, 26, 27 ਆਇਤ ਦੇਖਦੇ ਹਾਂ, ਇਹ ਜ਼ਬੂਰ 16 ਉਸਦੀ 8 ਤੋਂ 11 ਆਇਤ ਨੂੰ ਕੋਡ ਕੀਤਾ ਹੈਗਾ ਇੱਥੇ। ਪ੍ਰਭੂ ਦੇ ਵਚਨ 'ਚ ਲਿਖਿਆ, ਮੈਂ ਪ੍ਰਭੂ ਨੂੰ ਹਮੇਸ਼ਾ ਆਪਣੇ ਸਾਹਮਣੇ ਦੇਖਦਾ ਰਿਹਾ ਕਿਉਂਕਿ ਉਹ ਮੇਰੇ ਸੱਜੇ ਪਾਸੇ ਹੈ ਕਿ ਮੈਂ ਡੋਲ ਨਾ ਜਾਵਾਂ। ਇਸ ਕਾਰਨ ਮੇਰਾ ਮਨ ਆਨੰਦਿਤ ਹੋਇਆ ਅਤੇ ਮੇਰੀ ਜ਼ੁਬਾਨ ਖੁਸ਼। ਹੁਣ ਮੇਰਾ ਸਰੀਰ ਆਸ਼ਾ ਵਿੱਚ ਜੀਵੇਗਾ ਕਿਉਂਕਿ ਤੂੰ ਮੇਰੇ ਪ੍ਰਾਣ ਨੂੰ ਪਤਾਲ ਵਿੱਚ ਨਹੀਂ ਛੱਡੇਗਾ ਅਤੇ ਤੂੰ ਆਪਣੇ ਭਗਤ ਨੂੰ ਬੁਰੇ ਅਨੁਭਵ ਨਹੀਂ ਹੋਣ ਦੇਵੇਂਗਾ। ਤੂੰ ਮੈਨੂੰ ਜੀਵਨ ਦਾ ਰਾਹ ਦਿਖਾਇਆ ਹੈ ਅਤੇ ਤੂੰ ਆਪਣੇ ਦਰਸ਼ਨ ਦੁਆਰਾ ਮੈਨੂੰ ਆਨੰਦ ਦੇ ਨਾਲ ਭਰੇਗਾ। ਸੋ ਭਜਨਕਾਰ ਦਾਊਦ ਇੱਥੇ ਜਿਹੜੀ ਇਹ ਗੱਲ ਕਹਿ ਰਹੇ ਆ, ਉਹ ਕਹਿੰਦੇ ਕਿ ਉਹ ਆਪਣੇ ਬਾਰੇ ਨਹੀਂ ਕਹਿ ਰਹੇ, ਉਹ ਪ੍ਰਭੂ ਦੇ ਦਾਸ, ਪ੍ਰਭੂ ਦੇ ਜਿਹੜੇ ਮਸੀਹ ਹੈਗੇ ਆ ਉਹਦੇ ਬਾਰੇ ਕਹਿ ਰਹੇ ਹੈ ਕਿ ਬਈ ਅੱਗੇ ਜਾ ਕੇ ਉਹਨਾਂ ਨੇ ਐਕਸਪਲੇਨ ਕਰਨਾ ਕਿ ਜਿਹੜਾ ਦਾਊਦ ਸੀਗਾ ਉਹਦੀ ਕਬਰ ਤੇ ਤੁਸੀਂ ਗਏ ਹੋਏ ਹੋ, ਤੁਸੀਂ ਦੇਖਿਆ ਕਿ ਉਹਦੀ ਕਬਰ ਦੇ ਵਿੱਚ ਦਾਊਦ ਦੇ ਜਿਹੜੀਆਂ ਹੱਡੀਆਂ ਹੈਗੀਆਂ ਉੱਥੇ ਪਈਆਂ ਹੈਗੀਆਂ, ਪਰ ਪ੍ਰਭੂ ਯਿਸੂ ਮਸੀਹ ਦੀ ਕਬਰ ਜਿਹੜੀ ਹੈਗੀ ਆ ਉਹ ਖਾਲੀ ਆ। ਉਹ ਦੇਖ ਸਕਦੇ ਆ ਕਿ ਉਹ ਕਬਰ ਜਿਹੜੀ ਹੈਗੀ ਆ ਖਾਲੀ ਆ। ਔਰ ਫਿਰ 29ਵੀਂ ਆਇਤ ਵਿੱਚ ਉਹ ਕਹਿੰਦੇ, ਭਰਾਵੋ ਮੈਨੂੰ ਕੁੱਲ ਪ੍ਰਮੁੱਖ ਦਾਊਦ ਦੇ ਬਾਰੇ ਸਾਫ਼-ਸਾਫ਼ ਕਹਿਣ ਦੀ ਆਗਿਆ ਦਿਓ। ਉਹ ਮਰ ਗਿਆ, ਦੱਬਿਆ ਗਿਆ ਅਤੇ ਉਸਦੀ ਕਬਰ ਅੱਜ ਤੱਕ ਸਾਡੇ ਇੱਥੇ ਹੈ। ਉਹ ਨਬੀ ਸੀ, ਇਸੇ ਲਈ ਉਸਨੇ ਇਹ ਜਾਣਦੇ ਹੋਏ ਕਿ ਪਰਮੇਸ਼ਵਰ ਨੇ ਉਸ ਨਾਲ ਸਹੁੰ ਖਾਧੀ ਹੈ ਕਿ ਤੇਰੀ ਕੁੱਲ ਵਿੱਚੋਂ ਇੱਕ ਮਨੁੱਖ ਨੂੰ ਤੇਰੀ ਰਾਜ ਗੱਦੀ ਉੱਤੇ ਵਿਰਾਜਮਾਨ ਕਰਾਂਗਾ, ਉਸਨੇ ਪਹਿਲੇ ਹੀ ਜਾਣਦਿਆਂ ਹੋਇਆਂ ਮਸੀਹ ਦੇ ਫਿਰ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਬਾਰੇ ਕਿਹਾ। ਨਾ ਤਾਂ ਉਹ ਪਤਾਲ ਵਿੱਚ ਛੱਡਿਆ ਗਿਆ, ਨਾ ਹੀ ਉਸਦਾ ਸਰੀਰ ਸੜਿਆ। ਸੋ ਤੁਸੀਂ ਦੇਖ ਰਹੇ ਹੋ ਕਿ ਪਤਰਸ ਨੂੰ ਆਤਮਾ ਕਿਸ ਤਰ੍ਹਾਂ ਉਭਾਰ ਰਿਹਾ। ਔਰ ਅਸੀਂ ਆਉਣ ਵਾਲੇ ਦਿਨਾਂ 'ਚ ਇਹੀ ਸਿੱਖਣਾ ਕਿ ਪਰਮੇਸ਼ਵਰ ਦਾ ਆਤਮਾ, ਅਸੀਂ ਸ਼ਾਇਦ ਕਹਿੰਦੇ ਕਿ ਨਹੀਂ, ਸ਼ਾਇਦ ਉਹ ਸਿਰਫ ਸਾਨੂੰ ਪ੍ਰੋਟੈਕਟ ਕਰਦਾ, ਸ਼ਾਇਦ ਸਾਡੇ ਮੂੰਹ 'ਚ ਸ਼ਬਦ ਪਾਉਂਦਾ। ਪਰਮੇਸ਼ਵਰ ਦਾ ਆਤਮਾ ਕਈ ਤਰੀਕਿਆਂ ਨਾਲ ਸਾਡੀ ਮਦਦ ਕਰਦਾ, ਚਰਚ ਦੀ ਮਦਦ ਕਰਦਾ। ਔਰ ਬਗੈਰ ਪਰਮੇਸ਼ਵਰ ਦੇ ਆਤਮਾ ਤੋਂ ਜਿਹੜੀ ਕਲੀਸਿਆ ਹੈਗੀ ਆ ਉਹ ਗਰੋ ਹੋ ਹੀ ਨਹੀਂ ਸਕਦੀ, ਉਹ ਵਧ ਹੀ ਨਹੀਂ ਸਕਦੀ। ਇਸ ਲਈ ਜ਼ਰੂਰੀ ਆ ਕਿ ਸਾਡਾ ਜਿਹੜਾ ਫੁੱਲੀ ਡਿਪੈਂਡੈਂਸ ਹੋਵੇ, ਜਿਹੜੀ ਸਾਡੀ ਅਸੀਂ ਆਪਣੀ ਬੁੱਧੀ ਔਰ ਤਾਕਤ ਤੇ ਡਿਪੈਂਡ ਨਾ ਹੋਈਏ, ਬਲਕਿ ਪਰਮੇਸ਼ਵਰ ਦੀ ਆਤਮਾ ਦੇ ਉੱਪਰ ਡਿਪੈਂਡ ਹੋਈਏ। ਜਿਸ ਤਰ੍ਹਾਂ ਆਤਮਾ ਨੇ ਪਤਰਸ ਨੂੰ ਕੰਟਰੋਲ ਕੀਤਾ ਹੋਇਆ, ਔਰ ਪਤਰਸ ਜਿਹੜਾ ਇੱਥੇ ਜਿਹੜੇ ਉਹ ਸ਼ਬਦ ਕਹਿ ਰਿਹਾ। ਔਰ ਫਿਰ 32 ਆਇਤ ਵਿੱਚ ਲਿਖਿਆ,
ਇਸੇ ਯਿਸੂ ਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿੰਦਾ ਕੀਤਾ, ਜਿਸ ਦੇ ਅਸੀਂ ਸਾਰੇ ਗਵਾਹ ਹਾਂ। ਪਹਿਲਾਂ ਉਸਨੇ ਇਹ ਬਿਆਨ ਕੀਤਾ ਕਿ ਪਰਮੇਸ਼ਵਰ ਨੇ ਉਸ ਨੂੰ ਚੁਣਿਆ ਹੋਇਆ। ਫਿਰ ਉਸਨੇ ਦਾਊਦ ਦੇ ਬਾਰੇ ਦੱਸਿਆ ਕਿ ਦਾਊਦ ਕਿਸ ਦੇ ਬਾਰੇ ਗੱਲ ਕਰਦਾ ਹੈਗਾ। ਹੁਣ ਇੱਥੇ ਜਾ ਕੇ ਉਹ ਕਹਿੰਦਾ ਪਿਆ ਕਿ ਅਸੀਂ ਵੀ ਉਸੇ ਦੇ ਵਿਟਨੈਸ ਹੈਗੇ ਹਾਂ। ਸੋ ਤਿੰਨ ਅਸੀਂ ਦੇਖ ਰਹੇ ਹਾਂ। ਸਭ ਤੋਂ ਪਹਿਲਾਂ ਪਰਮੇਸ਼ਵਰ, ਫਿਰ ਅਸੀਂ ਦੇਖ ਰਹੇ ਹਾਂ ਦਾਊਦ ਜਿਸ ਨੂੰ ਨਬੀ ਮੰਨਦੇ ਸੀ ਔਰ ਰਾਜਾ ਮੰਨਦੇ ਸੀ, ਔਰ ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਉਹ ਕਹਿੰਦੇ ਕਿ ਇਸੇ ਯਿਸੂ ਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿੰਦਾ ਕੀਤਾ, ਜਿਸ ਦੇ ਅਸੀਂ ਸਾਰੇ ਗਵਾਹ ਹਾਂ। ਇਸ ਤਰ੍ਹਾਂ ਉਹ ਪਰਮੇਸ਼ਵਰ ਦੇ ਸੱਜੇ ਹੱਥ ਉੱਚੇ ਕੀਤੇ ਗਏ ਅਤੇ ਉਸ ਤੇ ਪਵਿੱਤਰ ਆਤਮਾ ਪ੍ਰਾਪਤ ਕਰਕੇ, ਜਿਸ ਦਾ ਪਿਤਾ ਨੇ ਵਚਨ ਦਿੱਤਾ ਸੀ, ਡੋਲ ਦਿੱਤੀ, ਜੋ ਤੁਸੀਂ ਦੇਖ ਰਹੇ ਅਤੇ ਸੁਣ ਰਹੇ ਹੋ। ਦਾਊਦ ਆਪ ਤਾਂ ਸਵਰਗ ਉੱਤੇ ਨਹੀਂ ਚੜਿਆ ਸੀ, ਸਗੋਂ ਉਸਨੇ ਆਪ ਕਿਹਾ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ ਹੈ, ਤੂੰ ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ। ਸੋ ਇੱਥੇ ਜਾ ਕੇ ਫਿਰ ਪਤਰਸ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਦਾਊਦ ਕਿਸ ਦੇ ਬਾਰੇ, ਕਿਸ ਨੂੰ ਕਹਿ ਰਿਹਾ ਕਿ ਮੇਰੇ ਪ੍ਰਭੂ ਨੇ ਪ੍ਰਭੂ ਨੂੰ ਕਿਹਾ ਕਿ ਤੂੰ ਮੇਰੇ ਸੱਜੇ ਪਾਸੇ ਬੈਠ। ਔਰ ਉਹ ਬਾਰ-ਬਾਰ ਉਹਨਾਂ ਦਾ ਧਿਆਨ ਜਿਹੜਾ ਉਹ ਮਸੀਹ ਦੇ ਵੱਲ ਲੈ ਕੇ ਆ ਰਿਹਾ ਕਿ ਉਹ ਇੱਕ ਇਨਸਾਨ ਦੇ ਲਈ ਨਹੀਂ, ਪੂਰੀ ਮਨੁੱਖ ਜਾਤੀ ਦੇ ਲਈ ਧਰਤੀ ਦੇ ਉੱਪਰ ਆਇਆ ਕਿ ਉਸਦੇ ਦੁਆਰਾ ਜਿਹੜਾ ਸਾਰੇ ਮਨੁੱਖਾਂ ਨੂੰ ਜੀਵਨ ਮਿਲ ਜਾਵੇ। ਹੁਣ ਅਸੀਂ ਜਿਹੜਾ ਕੰਮ ਦੇਖ ਰਹੇ ਹਾਂ ਪਰਮੇਸ਼ਵਰ ਦੇ ਆਤਮਾ ਦਾ, ਅਸੀਂ ਦੇਖ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਜਦੋਂ ਪਵਿੱਤਰ ਆਤਮਾ ਦੇ ਲਈ ਵਾਅਦਾ ਦਿੱਤਾ ਸੀ ਆਪਣੇ ਚੇਲਿਆਂ ਨੂੰ, ਜੌਨ ਚੈਪਟਰ 16 ਦੇ ਵਿੱਚ, ਤਾਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਜਦੋਂ ਮਦਦਗਾਰ ਆਊਗਾ ਤਾਂ ਉਹ ਕੀ ਕਰੂਗਾ। ਅਗਰ ਅਸੀਂ ਸਿਰਫ 16ਵਾਂ ਚੈਪਟਰ ਉਸ ਦੀ 8 ਆਇਤ ਨੂੰ ਦੇਖਦੇ ਹਾਂ ਤੇ ਉਸ ਦੇ ਵਿੱਚ ਲਿਖਿਆ, ਪ੍ਰਭੂ ਕਹਿੰਦੇ ਕਿ ਜਦੋਂ ਉਹ ਆਏਗਾ ਤਾਂ ਉਹ ਦੁਨੀਆ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਗਾ। ਪਾਪ ਦੇ ਬਾਰੇ ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ, ਧਾਰਮਿਕਤਾ ਦੇ ਬਾਰੇ ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਅਤੇ ਥੋੜੀ ਦੇਰ ਦੇ ਪਿੱਛੋਂ ਤੁਸੀਂ ਮੈਨੂੰ ਫਿਰ ਨਹੀਂ ਦੇਖੋਗੇ, ਨਿਆਂ ਦੇ ਬਾਰੇ ਕਿਉਂਕਿ ਦੁਨੀਆ ਦਾ ਸਰਦਾਰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਪਤਰਸ ਨੇ ਜਿਸ ਵੇਲੇ ਇਹ ਪ੍ਰਚਾਰ ਕੀਤਾ ਔਰ ਉਹ ਦੂਸਰੇ ਸਾਈਡ ਤੇ ਪਵਿੱਤਰ ਆਤਮਾ ਪਤਰਸ ਦੇ ਮੂੰਹ ਦੇ ਵਿੱਚੋਂ ਸ਼ਬਦ ਪਾ ਰਿਹਾ, ਔਰ ਨਾਲ ਹੀ ਨਾਲ ਇਹਨਾਂ ਲੋਕਾਂ ਦੇ ਦਿਲਾਂ ਦੇ ਉੱਪਰ ਇੱਕ ਚੋਟ ਲੱਗ ਰਹੀ ਹੈ, ਜਿੱਦਾਂ ਪੱਥਰ, ਜਿੱਦਾਂ ਪਰਮੇਸ਼ਵਰ ਦਾ ਵਚਨ ਕਹਿੰਦੇ ਹਥੌੜੇ ਦੀ ਤਰ੍ਹਾਂ ਉਹ ਸਖਤ ਦਿਲਾਂ ਨੂੰ ਤੋੜਦਾ। ਔਰ ਇੱਥੇ ਜਿਹੜੀ ਉਹਨਾਂ ਦੇ ਦਿਲਾਂ ਦੇ ਉੱਪਰ ਇੱਕ ਚੋਟ ਲੱਗ ਰਹੀ ਆ। ਔਰ 36ਵੀਂ ਆਇਤ ਵਿੱਚ ਫਿਰ ਉਹ ਜਾ ਕੇ ਉਹ ਕਹਿੰਦੇ, 37ਵੀਂ ਆਇਤ ਵਿੱਚ ਉਹ ਕਹਿੰਦੇ, ਇਹ ਸੁਣ ਕੇ ਉਹਨਾਂ ਦੇ ਦਿਲਾਂ ਤੇ ਬਹੁਤ ਅਸਰ ਹੋਇਆ। ਕੀ ਇਹ ਪਤਰਸ ਦਾ ਕੰਮ ਆ? ਕੀ ਇਹ ਕਿਸੇ ਪ੍ਰਚਾਰਕ ਦਾ ਕੰਮ ਆ? ਇਹ ਪਰਮੇਸ਼ਵਰ ਦੇ ਪਵਿੱਤਰ ਆਤਮਾ ਦਾ ਕੰਮ ਆ। ਪਰਮੇਸ਼ਵਰ ਦਾ ਆਤਮਾ ਜਿਸ ਵੇਲੇ ਉਤਰਿਆ, ਸਭ ਤੋਂ ਪਹਿਲੀ ਚੀਜ਼ ਅਸੀਂ ਲਾਸਟ ਸੰਡੇ ਦੇਖੀ ਸੀ ਕਿ ਉਸਨੇ ਉਹ ਭਾਸ਼ਾ ਉਹਨਾਂ ਲੋਕਾਂ ਨੂੰ ਦਿੱਤੀ ਜਿਹੜੀ ਉਹਨਾਂ ਨੇ ਕਦੇ ਸਿੱਖੀ ਨਹੀਂ ਸੀ। ਔਰ ਉਸ ਭਾਸ਼ਾ ਦੇ ਨਾਲ ਕੀ ਸੀ? ਪਰਮੇਸ਼ਵਰ ਦੇ ਮਹਾਨ ਕੰਮਾਂ ਦਾ ਜਿਹੜਾ ਸੀ ਬਿਆਨ ਹੋ ਰਿਹਾ ਸੀ, ਵਰਣਨ ਹੋ ਰਿਹਾ ਸੀ। ਔਰ ਹਰ ਕੋਈ ਪਰਮੇਸ਼ਵਰ ਦੀਆਂ ਮਹਾਨ ਗੱਲਾਂ ਨੂੰ ਆਪਣੀ ਆਪਣੀ ਭਾਸ਼ਾ ਦੇ ਵਿੱਚ ਸੁਣ ਰਿਹਾ ਸੀ। ਔਰ ਇੱਥੇ ਅਸੀਂ ਪਰਮੇਸ਼ਵਰ ਦੇ ਪਵਿੱਤਰ ਆਤਮਾ ਦਾ ਕੰਮ ਦੇਖਦੇ ਹਾਂ ਕਿ ਪਤਰਸ ਨੇ ਪੂਰਾ ਗੌਸਪਲ, ਪਰਮੇਸ਼ਵਰ ਦੀ ਯੋਜਨਾ, ਪ੍ਰਭੂ ਯਿਸੂ ਮਸੀਹ ਦਾ ਮਰਨਾ ਔਰ ਪ੍ਰਭੂ ਯਿਸੂ ਮਸੀਹ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ, ਕਿਸ ਪਰਪਸ ਦੇ ਲਈ। ਔਰ ਫਿਰ ਜਦੋਂ ਇਹ ਸਾਰੀ ਚੀਜ਼ ਪਵਿੱਤਰ ਆਤਮਾ ਨੇ ਉਹਨਾਂ ਦੇ ਮਨਾਂ ਨੂੰ ਕਨਵਿਕਟ ਕੀਤਾ, ਕਨਵਿੰਸ ਕੀਤੀ, ਤਾਂ ਉਸ ਵੇਲੇ ਉਹਨਾਂ ਦੇ ਦਿਲਾਂ ਤੇ ਬਹੁਤ ਅਸਰ ਹੋਇਆ। ਇਸ ਲਈ ਉਹਨਾਂ ਨੇ ਪਤਰਸ ਅਤੇ ਦੂਜੇ ਪ੍ਰਮੁੱਖ ਚੇਲਿਆਂ ਤੋਂ ਪੁੱਛਿਆ, ਭਰਾਵੋ ਅਸੀਂ ਕੀ ਕਰੀਏ? ਪਤਰਸ ਨੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚੋਂ ਹਰ ਕੋਈ ਆਪਣੇ ਪਾਪਾਂ ਤੋਂ ਮੁੜੇ ਅਤੇ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਵੇ ਤਾਂ ਜੋ ਤੁਹਾਡੇ ਪਾਪ ਮਾਫ ਹੋ ਜਾਣ। ਇਸ ਤੋਂ ਪਵਿੱਤਰ ਆਤਮਾ ਤੁਹਾਨੂੰ ਵਰਦਾਨ ਦੇ ਤੌਰ ਤੇ ਮਿਲੇਗਾ। ਸੋ ਪਵਿੱਤਰ ਆਤਮਾ ਸਭ ਦੇ ਲਈ, ਉਹ ਜੋ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਆ, ਜਿਨ੍ਹਾਂ ਦੇ ਉੱਪਰ ਪਵਿੱਤਰ ਆਤਮਾ ਰਿਵੀਲ ਕਰਦਾ ਕਿ ਅਸੀਂ ਗੁਨਾਹਗਾਰ ਹਾਂ, ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜਿਆ, ਅਸੀਂ ਪਰਮੇਸ਼ਵਰ ਦੇ ਮੁਕਤੀ ਦੇ ਰਾਹ ਨੂੰ ਠੁਕਰਾਇਆ। ਪਵਿੱਤਰ ਆਤਮਾ ਰਿਵੀਲ ਕਰਦਾ ਕਿ ਦਿਸ ਇਜ਼ ਦੀ ਓਨਲੀ ਵੇ ਟੂ ਗਾਡ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਸਚਾਈ, ਰਾਸਤਾ ਤੇ ਜੀਵਨ ਮੈਂ ਹਾਂ, ਮੇਰੇ ਤੋਂ ਬਿਨਾਂ ਕੋਈ ਪਿਤਾ ਦੇ ਕੋਲੇ ਪਹੁੰਚ ਨਹੀਂ ਸਕਦਾ। ਔਰ ਇਸ ਤੋਂ ਵੱਡਾ ਪਾਪ ਕੋਈ ਨਹੀਂ ਅਗਰ ਕੋਈ ਪਵਿੱਤਰ ਆਤਮਾ ਕਿਸੇ ਪਰ ਰਿਵੀਲ ਕਰਦਾ ਔਰ ਉਹ ਫਿਰ ਵੀ ਆਪਣਾ ਮਨ ਸਖਤ ਕਰਦਾ। ਸੋ ਸਾਡੇ ਨਾਲ ਅੱਜ ਸ਼ਾਇਦ ਐਸੇ ਵੀ ਭੈਣ ਭਰਾ ਬੈਠੇ ਹੋਣ ਜਿਹੜੇ ਹਜੇ ਤੱਕ ਇਹ ਮਨ ਨਹੀਂ ਬਣਾ ਪਾਏ
कि प्रभु यीशु मसीह का जन्म जिहड़ा सी वो किसी आम नबी की तरह नहीं होया। उन्हां दा जन्म एक खास परपस के उद्देश लई होया कि वो तुहाडे और मेरे पापां नूं चक लवे। और जिस वेले असीं अपने पापां दा करार करदे हां, वचन दे विच लिखिया कि हर कोई अपने पापां तो मुड़े ते यीशु मसीह के नाम ते बपतिस्मा लवे तां जो तुहाडे पाप माफ हो जाण। और अगर भैणों ते भरावो अज तुसीं ਇਹ मिल के छोटी दुआ साडे नाल करो कि हाँ प्यारे खुदावंद, असी भी मसीह का इनकार किया। असी भी सोचते सी कि मुक्ति किसी चंगे कम्मां द्वारा हो जूगी। यहूदी भी सोचते सी, पर मुक्ति चंगे कम्मां द्वारा नहीं हैगी। मुक्ति यीशु मसीह ते विश्वास करन दे नाल, क्योंकि सवाई यीशु मसीह तो कोई पापां नूं माफ नहीं कर सकता। यीशु मसीह दी मौत जिहड़ी सी वो पापां दी माफी दे लई सी। और इसे करके अज अगर तुसी मेरे भैन भरा जिहड़े हजे तक प्रभु नूं नहीं स्वीकार किया, मेरी तुहाडे अगे हंबल रिक्वेस्ट आ कि तुसी अपने मन विच एक छोटी जी दुआ करो कि प्रभु मैं अपने पापां दा इकरार करदा, मैं जाने जाने विच बहुत देर तो तुहाडा इनकार किया, पर प्रभु अज तेरा आत्मा मेरे नाल गल कर रहा, मेरे पापां नूं माफ करो, मेरा नाम जीवन दी पोथी च लिखो, मैनूं अपना आत्मा देवो तां जो मैं तुहाडी आत्मक गल्लां नूं तुहाडी आत्मा दे नाल समझ सकां। यीशु मसीह दे नाम च मंगदे हां, आमीन। सो भैणों ते भरावो, जिन्नियां ने प्रभु नूं स्वीकार किया सी, पिछले हफ्ते भी देखिया सीगा कि परमेश्वर दा आत्मा उन्हां दे उपर उतर आया। और फिर उस तो बाद असीं 39वीं आयत विच जाने चेलियां दे करतब दे दूसरे भाग दे विच, क्योंकि प्रतिज्ञा तुहाडे लई, तुहाडे बच्चियां लई अते सारियां लई ਜਿਹੜੇ दूर ਹਨ ਅਤੇ ਉਹ ਜਿਨ੍ਹਾਂ ਨੂੰ ਸਾਡਾ ਪ੍ਰਭੂ ਪਰਮੇਸ਼ਵਰ ਆਪਣੇ ਕੋਲ ਸੱਦਦਾ ਹੈ। ਸੋ ਇਹ ਪ੍ਰਤਿਗਿਆ ਨਾ ਸਿਰਫ ਮੇਰੇ ਇਕੱਲੇ ਲਈ ਆ, ਇਹ ਸਾਰੇ ਸੰਸਾਰ ਦੇ ਲਈ ਕਾਫੀ ਆ। ਔਰ ਪਰਮੇਸ਼ਵਰ ਚਾਹੁੰਦਾ ਕਿ ਇਹ ਸਾਰੇ ਸੰਸਾਰ ਦੇ ਕੋਲੇ ਜਿਹੜਾ ਸਭ ਸਮਾਚਾਰ ਜਾਵੇ, अपनी ताकत नाल नहीं, अपनी बुद्धि नाल नहीं, ना बल से ना शक्ति से, पर तेरी आत्मा के द्वारा है। ਇਹ ਜੋ खुदा ने सानू चुनिया, जो खुदा ने सानू काम दिता, अगर असी भी प्रभु यीशु ने जिस तरह कहा कि जदों तक तुहानू बल ना मिले तो तुसी बाहर नहीं जाना, अज असी भी ये दुआ कर सकते हैं कि प्रभु मैनू अपनी आत्मा दे नाल बल दे, प्रभु मेरे मूँह दे विच अपने शब्द पा, प्रभु तू जिथे लैके जाना मंगदा, तेनू उन्हां दे दिलां दी हालत पता, मैं तेरे वचन नू क्लीयरली उन्हां दे नाल शेयर कर सकां। और पवित्र आत्मा तुसी उन्हां दे मनां नू हंबल करना, तुसी उन्हां दे मनां नू नम्र करना, तां जो ओ तुहाडी इस योजना नू समझ सकण और प्रभु ओह तैनू अपने दिलां दे विच स्वीकार कर सकण। सो 40वीं आयत विच देखदे हां, होर भी बहुत सारिया गल्लां द्वारा पतरस ने उन्हां उपर जोर दिता अते उन्हां नूं इह कहंदियां होइयां उत्साह दिता, अपने आप नूं इस भ्रष्ट पीढ़ी तो बचाओ। जिन्हां लोकां ने दिलों पतरस दे उपदेश नूं स्वीकार किया, उन्हां नूं बपतिस्मा दिता गया। उस दिन कोई 3000 की गिनती विच लोकी उन्हां विच आ मिले। 3000 पीपल, वो चेले जिहड़े कुछ हफ्ते पहला डर दे मारे लुके हुए सी, आत्मा की भरपूरी दे नाल भरे हुए, परमेश्वर दा वचन उन्हां दे मूँह दे विचों निकलदा पिया और लोग अपने पापां नूं देख के तौबा करदे पए आ और कहंदे पए आ कि प्रभु सानू माफ कर। और 3000 पीपल केम इनटू द फैमिली, यीशु मसीह दी फैमिली दे विच, खानदान दे विच 3000 लोकां दा वाधा होया। सो चर्च, आउण वाले दिनां दे विच मैं चाहूँगा कि तुसी भी बुक ऑफ एक्ट पढ़ो और देखो कि खुदाबंद दा आत्मा किस तरह तुहानू लीड करदा, कि पवित्र आत्मा किस तरह दे काम करदा। सिर्फ किसी एक चीज़ दे मगर ना जाइए, बल्कि असी देखिए कि साडी हर नीड नूं, अगर हीलिंग दी नीड है तद भी सानू परमेश्वर दे आत्मा दी जरूरत है, अगर सानू प्रीचिंग दी लीड है तद भी सानू परमेश्वर दे आत्मा दी लीड है, अगर गाइडेंस दी लीड है तद भी सानू परमेश्वर दे आत्मा दी लीड है। और असी अज सारे मिल के दुआ करिए कि प्रभु जी, असी अपनी बुद्धि नाल, असी अपनी शक्ति नाल ये काम करना चाहया, पर साडे तो ये काम उस तरीके नाल नहीं होया जिस तरह तू करना चाहता सी। और अज खुदावंद असी मिल के दुआ करते हैं कि प्रभु असी सारे तेरी आत्मा के उपर डिपेंड करिए। तेरा आत्मा जिस तरह उस वेले अर्ली चर्च नूं गाइड करदा सी, अज सानू भी गाइड करे
ਅੱਜ ਸਾਡੇ ਵੀ ਮੂੰਹ ਦੇ ਵਿੱਚ ਸ਼ਬਦ ਪਾਵੇ। ਕਿਸ ਵੇਲੇ ਕਿੱਥੇ ਜਾਣਾ, ਕਿਸ ਵੇਲੇ ਕੀ ਪ੍ਰਚਾਰ ਕਰਨਾ, ਪ੍ਰਭੂ ਜੀ ਸਭ ਕੁਝ ਤੇਰੇ ਆਤਮਾ ਦੀ ਅਗਵਾਈ ਚ ਹੋਵੇ। ਹੋਠ ਸਾਡੇ ਹੋਣ, ਸ਼ਬਦ ਤੇਰੇ ਹੋਣ ਖੁਦਾਵੰਦ, ਤੂੰ ਵਧੇ ਔਰ ਅਸੀਂ ਘਟੀਏ, ਔਰ ਪ੍ਰਭੂ ਜੀ ਤੇਰਾ ਰਾਜ ਵੱਧਦਾ ਜਾਵੇ। ਯਿਸੂ ਮਸੀਹ ਦੇ ਪਵਿੱਤਰ ਨਾਮ ਚ ਮੰਗਦੇ ਹਾਂ, ਸੁਣੋ ਤੇ ਕਬੂਲ ਕਰੋ। ਆਮੀਨ। ਗॉड ਬਲੈਸ ਯੂ। ਖੁਦਾਵੰਦ ਤੁਹਾਨੂੰ ਸਭ ਨੂੰ ਬਰਕਤ ਦੇਵੇ। ਅਗਲੇ ਹਫਤੇ ਅਸੀਂ ਫਿਰ ਐਕਟ ਚੈਪਟਰ 3 ਦੇ ਵਿੱਚੋਂ ਦੇਖਾਂਗੇ ਕਿ ਪਰਮੇਸ਼ਵਰ ਦਾ ਆਤਮਾ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਅਰਲੀ ਚਰਚ ਦੇ ਵਿੱਚ।